ਬਾਬੂਸ਼ਾਹੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ। 1971 ਦੀ ਉਹ ਲੜਾਈ ਭਾਰਤ ਤੇ ਪਾਕਿਸਤਾਨ ਦੀ ਜਿਹਨੂੰ ਪੂਰਾ ਦੇਸ਼ ਲਗਾਤਾਰ ਯਾਦ ਕਰਦਾ ਰਿਹਾ ਤੇ 50ਵੀਂ ਵਰ੍ਹੇਗੰਢ ਜਿਹੜੀ ਉਹਦੀ ਮਨਾਈ ਜਾ ਰਹੀ ਹੈਗੀ ਹੈ ਤੇ ਉਸ ਲੜਾਈ ਦੇ ਵਿੱਚ ਯੋਗਦਾਨ ਪਾ ਚੁੱਕੇ 82 ਸਾਲ ਦੇ ਕਰਨਲ ਰਣਬੀਰ ਸਿੰਘ ਸਾਡੇ ਨਾਲ ਮੌਜੂਦ ਨੇ। ਅੱਜ ਉਹਨਾਂ ਵੱਲੋਂ ਇੱਕ ਕਿਤਾਬ ਦਾ ਲੋਕ ਅਰਪਣ ਕੀਤਾ ਗਿਆ। ਕਿਤਾਬ ਦਾ ਜਿਹੜਾ ਨਾਮ ਹੈ ਵਾਰ ਇਨ ਦਾ ਈਸਟ ਦ ਲਿਬਰੇਸ਼ਨ ਆਫ ਬੰਗਲਾਦੇਸ਼ 1971। ਸੋ ਇਸ ਮੌਕੇ ਕਰਨਲ ਰਣਬੀਰ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ, ਗੱਲਬਾਤ ਕਰਾਂਗੇ। ਸਵਾਗਤ ਹੈ ਕਰਨਲ ਸਾਹਿਬ। ਪਹਿਲਾਂ ਤਾਂ ਬੜੀ ਮਿਹਰਬਾਨੀ ਜੀ। ਤੁਸੀਂ ਪਹਿਲਾਂ ਤਾਂ ਦੱਸੋ ਜੀ, ਇੰਨੀ ਤੁਹਾਡੀ ਉਮਰ ਦੇ ਵਿੱਚ 82 ਈਅਰ ਓਲਡ ਤੁਸੀਂ ਹੈਗੇ ਹੋ ਤੇ ਐਡੀ ਵੱਡੀ ਉਮਰ ਦੇ ਵਿੱਚ ਤੁਸੀਂ ਇੱਕ ਬੁੱਕ ਲਿਖੀ, ਉਹ ਵੀ ਇੱਕ ਹਿਸਟੋਰੀਕਲ ਜਿਹੜਾ ਵਾਰ ਸੀਗਾ ਉਹਦੇ ਉੱਪਰ ਤੁਸੀਂ ਬੁੱਕ ਲਿਖੀ ਹੈਗੀ ਹੈ। ਇਹ ਬੁੱਕ ਬਾਰੇ ਦੱਸੋ ਤੇ ਅੱਜ ਤੁਹਾਡੇ ਹੋਰ ਕਿਹੜੇ ਸਾਥੀ ਸੀਗੇ ਜਿਨ੍ਹਾਂ ਨੇ ਬੁੱਕ ਰਿਲੀਜ਼ ਕਰਵਾਈ ਹੈ? ਦੇਖੋ ਜੀ, ਬੁੱਕ ਤਾਂ ਮੈਂ ਖੁਦੇ ਲਿਖੀ ਹੈ। ਫੈਮਿਲੀ ਦੀ ਸਪੋਰਟ ਤੋਂ ਬਿਨਾਂ ਕੋਈ ਆਦਮੀ ਮੇਜਰ ਕੰਮ ਨਹੀਂ ਕਰ ਸਕਦਾ। ਮੈਨੂੰ 2 ਸਾਲ ਲੱਗੇ ਇਹ ਕਿਤਾਬ ਲਿਖਣ ਵਾਸਤੇ। ਮੈਂ ਚਾਹੁੰਦਾ ਸੀਗਾ ਕਿ ਛੋਟੀ ਸੇ ਛੋਟੀ ਡਿਟੇਲ ਮੈਂ ਇਹ ਕਿਤਾਬ 'ਚ ਸ਼ਾਮਿਲ ਕਰਾਂ, ਨਾ ਕਿ ਹਾਈ ਫਲੋਨ ਕਿਤਾਬ ਹੋਵੇ ਨੈਸ਼ਨਲ ਲੈਵਲ 'ਤੇ। ਮੈਂ ਚਾਹੁੰਦਾ ਸੀ ਜੋ ਸਿਪਾਹੀ ਲੜੇ ਨੇ, ਜੂਨੀਅਰ ਲੀਡਰਸ, ਮੈਂ ਉਹਨਾਂ ਨੂੰ ਬੜਾਵਾ ਦੇਵਾਂ, ਉਹਨਾਂ ਦੀ ਯਾਦ ਤਾਜ਼ਾ ਕਰਾਂ। ਮੈਂ ਬਟਾਲੀਅਨ ਲੈਵਲ 'ਤੇ ਜਿਹੜੇ ਹਮਲੇ ਹੋਏ ਨੇ ਉਹਨਾਂ ਦਾ ਜ਼ਿਕਰ ਕੀਤਾ। ਮੈਂ 38 ਮੈਪ ਔਰ ਸਕੈਚ ਕਿਤਾਬ ਸ਼ਾਮਿਲ ਕੀਤੇ ਨੇ। ਮੈਂ ਅਗਰ ਤੁਸੀਂ ਇੱਕ ਸਿਰਫ ਨੈਰੇਟਿਵ ਹੀ ਸੁਣੋ ਜੀ, ਉਹ ਪੜ੍ਹਤ ਬੋਰਿੰਗ ਹੋ ਜਾਂਦੀ ਹੈ, ਦਿਲਚਸਪੀ ਨਹੀਂ ਰਹਿੰਦੀ ਉਸ 'ਚ। ਮੈਂ ਨਕਸ਼ੇ ਜ਼ਾਰੀ ਜਿੰਨੇ ਵੀ ਐਕਸ਼ਨਾਂ ਹੋਈਆਂ ਨੇ ਬਟਾਲੀਅਨ ਲੈਵਲ 'ਤੇ, ਮੈਂ ਉਹਨਾਂ ਦਾ ਜ਼ਿਕਰ ਕੀਤਾ। ਫਲਾਣੀ ਬਟਾਲੀਅਨ ਇਸ ਦਿਨ ਇਸ ਫੀਚਰ ਨੂੰ ਦੁਸ਼ਮਣ ਦੇ ਕਬਜ਼ਾ ਕਰ ਰਹੀ ਸੀਗੀ। ਹੁਣ ਜਦ ਮੇਰੀ ਕਿਤਾਬ ਉਹ ਯੂਨਿਟਾਂ ਜਾਊਗੀ, ਉਹ ਪੜ੍ਹਨਗੇ, ਉਹਨਾਂ ਨੂੰ ਉਹਨਾਂ ਦੀ ਹੌਸਲਾ ਅਫਜ਼ਾਈ ਹੋਊਗੀ। ਉਹਨਾਂ ਨੂੰ ਇਹ ਯਾਦ ਆਊਗਾ ਕਿ ਜਿਹੜੇ ਸਾਡੇ ਬਜ਼ੁਰਗ ਸੀਗੇ ਉਹ ਲੜੇ 71 'ਚ, ਉਹਨਾਂ ਦੀ ਯਾਦ ਅੱਜ ਤੱਕ ਵੀ ਤਾਜ਼ਾ ਹੈ। ਇਹ ਉਹਨਾਂ ਨੂੰ ਸ਼ਰਧਾਂਜਲੀ ਹੈ ਮੇਰੀ ਇਹ ਕਿਤਾਬ, ਜੂਨੀਅਰ ਲੀਡਰਸ ਨੂੰ। ਤੇ ਜਿਹੜੇ ਤੁਸੀਂ ਮੈਪਸ ਦੀ ਗੱਲ ਕੀਤੀ ਹੈ, ਮੈਪਸ ਸਕੈਚਿਸ ਦੇ ਰਾਹੀਂ ਤੁਸੀਂ ਬੜੀ ਡਿਟੇਲਿੰਗ ਹੈ ਜਿਹੜੀ ਉਹ ਦਿੱਤੀ ਹੈਗੀ ਆ, ਉਸ ਵੇਲੇ ਕੀ ਹੋਇਆ ਸੀਗਾ ਉਹ ਵੀ ਤੁਸੀਂ ਦਿਖਾਓ ਕਿ ਇਸ ਤਰੀਕੇ ਦੇ ਜਿਹੜੇ ਮੈਪ ਨੇ ਉਹਨਾਂ ਦੇ ਵਿੱਚ ਕੀ ਦਿਖਾਇਆ ਗਿਆ। ਇਹ ਤਾਂ ਜੀ ਮਾਸਟਰ ਮੈਪ ਹੈ ਕਿ ਜਿਹੜੀ ਈਸਟਰਨ ਆਰਮੀ ਕਮਾਂਡ ਹੈ ਉਸ 'ਚ ਕਿਹੜੀਆਂ ਯੂਨਿਟਾਂ ਸੀ ਔਰ ਕਿਵੇਂ ਉਹਨਾਂ ਨੇ ਚਾਰੋਂ ਤਰਫ 'ਤੇ ਹਮਲਾ ਕੀਤਾ। ਇਸ ਤੋਂ ਬਾਅਦ ਮੈਂ ਤੁਹਾਨੂੰ ਦੂਸਰੀ ਦਿਖਾਉਣਾ, ਜਿਹੜਾ ਮੈਂ ਜ਼ਿਕਰ ਕੀਤਾ ਸੀਗਾ ਕਿ ਜਿਵੇਂ ਜਿਵੇਂ ਹਮਲੇ ਹੋਏ, ਮੈਂ ਯੂਨਿਟ ਦਾ ਨਾਂ, ਤਾਰੀਖ ਔਰ ਕਿਹੜੀ ਜਗ੍ਹਾ ਫਤਿਹ ਕੀਤੀ, ਮੈਂ ਇਹਨਾਂ ਦੇ ਜ਼ਰੀਏ ਉਹ ਜ਼ਾਹਿਰ ਕੀਤੀ ਹੈ। ਤੇ ਤੁਸੀਂ ਇਹ ਵੀ ਦੱਸੋ ਕਿ ਅੱਜ ਇਸ ਮੌਕੇ 'ਤੇ ਤੁਹਾਡੇ ਨਾਲ ਤੁਹਾਡੇ ਸਾਥੀ ਦੇਖਣ ਨੂੰ ਮਿਲੇ ਜਿਹੜੇ ਉਸ ਵੇਲੇ ਲੜਾਈ ਦੇ ਵਿੱਚ ਵੀ ਤੁਹਾਡੇ ਨਾਲ ਸੀਗੇ। ਕੌਣ ਸੀਗੇ ਜਿਨ੍ਹਾਂ ਨੇ ਤੁਹਾਡੀ ਬੁੱਕ ਰਿਲੀਜ਼ ਕਰਵਾਈ ਹੈਗੀ ਹੈ? ਦੇਖੋ ਜੀ, ਜਨਰਲ ਭੁਪਿੰਦਰ ਸਿੰਘ ਉਹ ਸੀਗੇ ਚੀਫ ਗੈਸਟ। ਠੀਕ ਹੈ। ਮੇਰੀ ਕਿਤਾਬ ਦਾ ਫੋਰਵਰਡ ਉਹਨਾਂ ਨੇ ਲਿਖਿਆ। ਉਹ ਪੁਰਾਣੇ ਅੰਡੇਮਾਨ ਨਿਕੋਬਾਰ ਆਈਲੈਂਡ ਦੇ ਲੈਫਟੀਨੈਂਟ ਗਵਰਨਰ ਵੀ ਰਹੇ ਨੇ, ਬਹੁਤ ਹੀ ਪਚੀਦਾ ਰਾਈਟਰ ਨੇ ਖੁਦ। ਉਸ ਤੋਂ ਬਾਅਦ ਜਨਰਲ ਸਿਹੋਟਾ, ਬਹੁਤ ਹੀ ਡੈਕੋਰੇਟਡ ਸੋਲਜਰ, ਉਹ ਸਦਰਨ ਆਰਮੀ ਕਮਾਂਡਰ ਰਹੇ ਨੇ। ਫਿਰ ਜਨਰਲ ਪਨਾਗ ਆਏ, ਉਹ ਨਰਦਰਨ ਆਰਮੀ ਕਮਾਂਡਰ ਰਹੇ ਨੇ। ਉਹ ਫੋਰਸ ਸਿੱਖਦੇ ਨੇ ਜਿਹੜੀ ਕਿ ਸਾਰਾਗੜੀ ਆਪਰੇਸ਼ਨ ਦੇ ਮਸ਼ਹੂਰੀ ਦੀ ਹੈਗੀ ਹੈ। ਜਨਰਲ ਪਨਾਗ ਨੇ ਉਹ ਫੋਰਸ ਸਿੱਖ ਸੀਗੇ 71 ਦਾ ਉੱਤੇ ਹਿੱਸਾ ਲਿੱਤਾ। ਮੈਂ ਉਹਦੇ ਕਮ ਸੇ ਕਮ 7-8 ਹੋਰ ਸਾਥੀ ਨੇ ਜਿਹੜੇ ਕਿ 71 'ਚ ਬੰਗਲਾਦੇਸ਼ ਦੀ ਲੜਾਈ ਸੀਗੇ। ਇੱਕ ਤੁਸੀਂ ਹੁਣੇ ਮਿਲ ਕੇ ਹਟੇ ਹੋ ਜਨਰਲ ਪੁਰੀ, ਉਹ ਮੇਰੀ ਪਲਟਨ 4 ਰਾਜਪੂਤ ਦੇ ਸੈਕੰਡ ਇਨ ਕਮਾਂਡ ਸੀਗੇ। ਕਰਨਲ ਸਾਹਿਬ, 1971 ਦੀ ਇਸ ਲੜਾਈ 'ਤੇ ਪਹਿਲਾਂ ਵੀ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਉਹ ਰਿਲੀਜ਼ ਹੋਈਆਂ, ਬਹੁਤ ਸਾਰੀਆਂ ਲੋਕਾਂ ਨੇ ਪੜ੍ਹੀਆਂ ਵੀ ਹੈਗੀਆਂ, ਪਰ ਤੁਸੀਂ ਇਹ ਦੱਸੋ ਤੁਹਾਡੀ ਇਸ ਬੁੱਕ ਦੇ ਵਿੱਚ ਕੀ ਤੁਸੀਂ ਖਾਸ ਆ? ਜਿਵੇਂ ਤੁਸੀਂ ਦੱਸ ਰਹੇ ਸੀਗੇ ਕਿ ਸਿਪਾਹੀਆਂ ਤੱਕ ਦੇ ਨਾਮ ਤੁਸੀਂ ਲਿਖੇ ਨੇ, ਆਮ ਤੌਰ 'ਤੇ ਇੱਦਾਂ ਨਹੀਂ ਦੇਖਣ ਨੂੰ ਮਿਲਦਾ। ਸੋ ਕਿਵੇਂ ਇਹ
ਉਸ ਤਰੀਕੇ ਦੇ ਨਾਲ ਲਿਖੀ ਗਈ ਹੈ ਕਿ ਹਰ ਆਮ ਲੋਕ ਨੂੰ ਜਾਂ ਜਿਹੜੀ ਨਵੀਂ ਜਨਰੇਸ਼ਨ ਨੂੰ, ਖਾਸ ਤੌਰ ਤੇ ਜਿਹੜੇ ਛੋਟੇ ਬੱਚੇ ਨੇ, ਉਹਨਾਂ ਨੂੰ ਪਤਾ ਲੱਗੋ ਕਿ ਉਸ ਵੇਲੇ ਹੋਇਆ ਕੀ ਸੀ। ਦੇਖੋ ਜੀ, ਮੈਂ ਜੇ ਤੁਹਾਨੂੰ ਸਮਝਾਉਣ ਤੇ ਆਵਾਂ, ਤੁਸੀਂ ਜਦ ਪਿਕਚਰ ਦੇਖਣ ਜਾਂਦੇ ਹੋ ਸਿਨੇਮਾ ਹਾਲ 'ਚ, ਜੇ ਉੱਥੇ ਕਿਸੇ ਐਕਟਰ ਐਕਟਰੈਸ ਦਾ ਨਾਮ ਜਾਂ ਪ੍ਰੋਡਿਊਸਰ ਔਰ ਡਾਇਰੈਕਟਰ ਦਾ ਨਾਮ ਲਿਖਿਆ ਨਾ ਹੋਵੇ, ਕੌਣ ਕੌਣ ਕਲਾਕਾਰ ਨੇ, ਉਹ ਕੋਈ ਮਕਸਦ ਹੀ ਨਹੀਂ ਹੈ ਉਹ ਪਿਕਚਰ ਦਾ। ਇਉਂ ਮੈਂ ਜੋ ਇਹ ਕਿਤਾਬ ਲਿਖੀ ਹੈ, ਗ੍ਰਾਸ ਰੂਟਸ ਲੈਵਲ ਤੋਂ ਲਿਖੀ ਹੈ। ਇੱਕ ਸਿਪਾਹੀ ਦੀ ਜੈ ਜੈਕਾਰ ਕੀਤੀ ਹੈ ਔਰ ਜੂਨੀਅਰ ਲੀਡਰਸ, ਖਾਸ ਤੌਰ ਤੇ ਬਟਾਲੀਅਨ ਕਮਾਂਡਰ ਲੈਵਲ ਦੇ, ਉਹਨਾਂ ਦੀ ਬਹਾਦਰੀ, ਸਾਹਸ ਫਤਿਹ ਕਰਨ ਵਾਸਤੇ। ਦੇਖੋ, ਜਿਹੜੇ ਸੀਨੀਅਰ ਕਮਾਂਡਰ ਨੇ ਉਹ ਤਾਂ ਆਪਣੀ ਪਲਾਨ ਬਣਾ ਦਿੰਦੇ ਨੇ, ਆਪਣੇ ਤਜਰਬੇ ਤੋਂ, ਆਪਣੀ ਨੌਲੇਜ ਤੋਂ ਪਲਾਨ ਬਣਾ ਲਈ, ਲੇਕਿਨ ਚੰਗੀਆਂ ਪਲਾਨਾਂ ਫੇਲ ਹੋ ਜਾਂਦੀਆਂ ਨੇ ਜਦ ਤੱਕ ਉਹਨਾਂ ਦੀ ਐਕਸੀਕਿਊਸ਼ਨ ਠੀਕ ਨਾ ਹੋ। ਮੇਰੀ ਕਿਤਾਬ ਐਕਸੀਕਿਊਸ਼ਨ ਲੈਵਲ ਦੀ ਹੈ ਕਿ ਔਨ ਦੀ ਗਰਾਊਂਡ ਲੜਾਈ ਕਿਵੇਂ ਹੋਈ, ਫਤਿਹ ਕਿਵੇਂ ਕੀਤਾ, ਉਹ ਪਲਾਨ ਨੂੰ ਸਰੇ ਅੰਜਾਮ ਕਿਵੇਂ ਦਿੱਤਾ। ਇਹ ਮੇਰੀ ਕਿਤਾਬ ਹੈ ਔਰ ਇਹੀ ਮੇਰੀ ਕਿਤਾਬ ਦਾ ਡਿਸਟਿੰਕਟਿਵ ਫੀਚਰ ਹੈ ਕਿ ਇਹ ਗਰਾਊਂਡ ਲੈਵਲ ਦੀ ਹੈ, ਇੱਕ ਸਿਪਾਹੀ ਦੀ ਲੈਂਗੁਏਜ ਬੋਲਦੀ ਹੈ। ਠੀਕ ਹੈ ਜੀ। ਇਹ ਕਿਤਾਬ ਤੁਹਾਡੀ ਕਿਹੜੇ ਪਲੇਟਫਾਰਮ ਤੇ ਅਵੇਲੇਬਲ ਹੈ? ਕਿਸੇ ਨੇ ਲੈਣੀ ਹੋਵੇ ਕਿਵੇਂ ਲੈ ਸਕਦਾ ਕਿਤਾਬ? ਇਹ ਜੀ ਮੇਰੇ ਜਿਹੜੇ ਪਬਲਿਸ਼ਰ ਹੈਗੇ, ਇਹ ਹੈਗੇ ਸੇਬਰ ਐਂਡ ਕੁਇਲ ਪਬਲਿਸ਼ਰਸ, ਨਿਊ ਦਿੱਲੀ। ਇਹਨਾਂ ਨੂੰ ਜੋ ਮੈਂ ਲਿਖਿਆ ਸੀਗਾ ਬਹੁਤ ਉਹਨਾਂ ਨੂੰ ਪਸੰਦ ਆਇਆ ਔਰ ਉਹਨੇ ਦੇਖਿਆ ਕਿ ਵੀ ਇਹ ਕਿਤਾਬ 'ਚ ਪੋਟੈਂਸ਼ੀਅਲ ਹੈ, ਨਹੀਂ ਤਾਂ ਪਬਲਿਸ਼ਰ ਆਪਣੇ ਪੈਸੇ ਕਿਉਂ ਖਰਚੇ ਇੱਕ ਕਿਤਾਬ ਨੂੰ ਪਬਲਿਸ਼ ਕਰਨ ਵਾਸਤੇ। ਉਹਨਾਂ ਨੇ ਇਹ ਕਿਤਾਬ ਨੂੰ ਬਹੁਤ ਚੰਗੇ ਤਰੀਕੇ ਨਾਲ ਪਬਲਿਸ਼ ਕੀਤਾ ਹੈ ਔਰ ਇਹਦੀ ਗੈਟਅਪ ਬਹੁਤ ਹੀ ਕਾਬਿਲ ਤਾਰੀਫ ਹੈ। ਸੇਬਰ ਐਂਡ ਕੁਇਲ, ਬਿਲਕੁਲ ਕਵਰ ਦੇਖ ਰਹੇ ਸੀ, ਕਵਰ ਬਹੁਤ ਸ਼ਾਨਦਾਰ ਬਣਾਇਆ ਗਿਆ ਜੀ। ਮੈਂ ਜੀ ਸੇਬਰ ਔਰ ਕੁਇਲ, ਆਹ ਦੇਖੋ ਨਾ, ਉਹਨਾਂ ਦਾ ਸੇਬਰ ਐਂਡ ਕੁਇਲ ਦਾ ਹੈਗਾ ਜੀ। ਹੁਣ ਗੱਲ ਸੇਬਰ ਔਰ ਕੁਇਲ ਕਰਦੇ ਹਾਂ ਆਪਾਂ, ਮੈਂ ਸਮਝਾਉਣਾ ਚਾਹੁੰਦਾ, ਸੇਬਰ ਆਪਾਂ ਜਾਣਦੇ ਹਾਂ ਤਲਵਾਰ ਹੈ ਸੇਬਰ, ਇਹ ਬੜੀ ਸਿੰਬੋਲਿਕ ਇਹਨਾਂ ਦਾ ਲੋਗੋ ਹੈ। ਠੀਕ ਹੈ ਜੀ। ਐਂਡ ਕੁਇਲ ਪੁਰਾਣੇ, ਕੁਇਲ ਇਜ਼ ਅ ਫੈਦਰ, ਪੰਖ। ਪੁਰਾਣੇ ਜ਼ਮਾਨੇ 'ਚ ਉਹ ਪੰਖ ਨਾਲ ਲਿਖਦੇ ਸੀਗੇ। ਇਹ ਬਹੁਤ ਹੀ ਫਿਲੋਸੋਫੀਕਲ ਨਾਮ ਹੈ ਕਿ ਪੈਨ ਇਜ਼ ਮਾਈਟੀਅਰ ਦੈਨ ਦੀ ਸੋਰਡ। ਠੀਕ ਹੈ ਜੀ। ਕਰਨਲ ਸਾਹਿਬ, ਤੁਹਾਡੇ ਬਾਰੇ ਗੱਲਬਾਤ ਕਰਦੇ, ਤੁਸੀਂ ਆਪਣੇ ਬਾਰੇ ਦੱਸੋ, ਤੁਹਾਡਾ ਬੈਕਗਰਾਉਂਡ ਕੀ ਸੀਗਾ, ਕਦੋਂ ਤੁਹਾਡਾ ਜਨਮ ਹੋਇਆ, ਕਿਹੜੇ ਜਗ੍ਹਾ ਤੁਹਾਡਾ ਜਨਮ ਹੋਇਆ, ਉਸ ਤੋਂ ਬਾਅਦ ਜਿਹੜਾ ਤੁਹਾਡਾ ਆਰਮੀ ਦਾ ਜਿਹੜਾ ਸਫ਼ਰ ਹੈ, ਕਿੱਥੋਂ ਤੁਸੀਂ ਸ਼ੁਰੂਆਤ ਕੀਤੀ, ਸ਼ੁਰੂਆਤ ਤੋਂ ਲੈ ਕੇ ਤੇ ਇਸ ਲੜਾਈ ਤੱਕ ਦਾ ਜਿਹੜਾ ਸਫ਼ਰ ਹੈ, ਉਹਨੂੰ ਤੁਸੀਂ ਛੋਟੇ ਸ਼ਬਦਾਂ 'ਚ ਕਿਵੇਂ ਬਿਆਨ ਕਰੋਗੇ? ਮੈਂ ਜੀ ਪਟਿਆਲੇ ਪੈਦਾ ਹੋਇਆ ਸੀਗਾ। ਅਸੀਂ ਪੁਸ਼ਤ ਦਰ ਪੁਸ਼ਤ ਫੌਜੀ ਹੈ। ਮੇਰੇ ਗ੍ਰੈਂਡਫਾਦਰ ਫੌਜ ਸੀਗੇ, ਮੇਰੇ ਫਾਦਰ ਫੌਜ ਸੀਗੇ, ਮੈਂ ਫੌਜ ਹੈ, ਮੇਰੇ ਭਾਈ ਦੇ ਲੜਕੇ ਫੌਜ ਸੀਗੇ। ਮੇਰਾ ਸਭ ਤੋਂ ਬੜਾ ਭਾਈ ਭਰਪੂਰ ਸਿੰਘ ਉਰੇ ਆਏ ਹੋਏ ਜੀ ਅੱਜ। ਹਾਂਜੀ। ਉਹਨਾਂ ਦਾ ਲੜਕਾ ਕੈਪਟਨ ਸੀਗਾ। 689 'ਚ ਉਹ ਸ਼ਹੀਦ ਹੋ ਗਏ ਸ਼੍ਰੀਲੰਕਾ ਆਪਰੇਸ਼ਨ 'ਚ। ਸਾਡੀ 200 ਸਾਲ ਸਰਵਿਸ ਹੈਗੀ ਫੌਜ ਔਰ ਇੰਡੀਅਨ ਆਰਮੀ ਦੀ। ਬਹੁਤ ਘੱਟ ਤੁਹਾਨੂੰ ਵਾਕਿਆ ਮਿਲਣਗੇ ਹਿੰਦੁਸਤਾਨ ਦੀ ਫੌਜ ਔਰ ਲੜਾਈ ਦੀ ਹਿਸਟਰੀ 'ਚ ਜਿੱਥੇ ਬਾਪ ਔਰ ਬੇਟੇ ਦੋਨੇ ਡੈਕੋਰੇਟਡ ਨੇ। ਮੇਰੇ ਫਾਦਰ ਨੂੰ ਮਿਲਟਰੀ ਕ੍ਰਾਸ ਮਿਲਿਆ ਵਰਲਡ ਵਾਰ 2 'ਚ ਔਰ ਉਹਨਾਂ ਨੂੰ ਵੀਰ ਚੱਕਰਾ ਮਿਲਿਆ 48 'ਚ, ਬ੍ਰਿਗੇਡੀਅਰ ਸੁਖਦੇਵ ਸਿੰਘ ਪੰਜਾਬ ਰੈਜੀਮੈਂਟ ਦੇ। ਮੈਂ ਸੰਨ 63 'ਚ ਕਮਿਸ਼ਨ ਮਿਲਿਆ ਮੈਨੂੰ ਔਰ 1964 'ਚ ਅਸੀਂ ਕਾਰਗਿਲ ਚਲੇ ਗਏ। ਅੱਛਾ ਜੀ। ਹਿੰਦੁਸਤਾਨ ਦੀ ਲੜਾਈ 65 ਤਾਂ ਸ਼ੁਰੂ ਹੋਈ ਐਂਡ ਆਫ ਅਗਸਤ। ਠੀਕ ਹੈ। ਲੇਕਿਨ ਇੱਕ ਆਈਸੋਲੇਟਡ ਅਟੈਕ ਫੋਰ ਰਾਜਪੂਤ ਨੇ ਪਾਕਿਸਤਾਨ ਪੋਸਟ, ਉਹਦਾ ਨਾਮ ਹੈ 13620, ਉਹ 'ਤੇ ਹਮਲਾ ਕੀਤਾ ਔਨ 17 ਮਈ 1965 ਔਰ ਉਹ 'ਤੇ ਕਬਜ਼ਾ ਕੀਤਾ। ਮੈਂ ਉੱਥੇ ਜ਼ਖਮੀ ਹੋਇਆ, ਮੈਨੂੰ ਵੀਰ ਚੱਕਰਾ ਮਿਲਿਆ। ਮੈਂ ਉਹੀ ਫੋਰ ਰਾਜਪੂਤ ਨੂੰ ਮੈਂ ਕਮਾਂਡ ਕੀਤਾ।
71 ਚ ਫਿਰ ਮੈਂ ਫੋਰ ਰਾਜਪੂਤ ਸੀ ਕੰਪਨੀ ਕਮਾਂਡਰ, ਉੱਥੇ ਆਪਣੀ ਪਲਟਨ ਨਾਲ ਰਹਿੰਦੇ ਹੋਏ ਲੜਾਈ ਕੀਤੀ। ਹੁਣ ਮੈਂ ਰਿਟਾਇਰਡ ਲਾਈਫ 'ਚ ਹੈਗਾ। ਰਿਟਾਇਰਡ ਲਾਈਫ 'ਚ ਤੁਸੀਂ ਕਿਵੇਂ ਟਾਈਮ ਪਾਸ ਕਰਦੇ ਹੋ, ਪਹਿਲਾਂ ਤਾਂ ਬੜਾ ਮੁਸ਼ਕਿਲ ਹੈ। ਨੰਬਰ 2, ਇਹ ਤੁਹਾਡੇ 'ਤੇ ਮਨਸਰ ਹੈ, ਤੁਸੀਂ ਕੀ ਕਰਨਾ ਚਾਹੁੰਦੇ ਹੋ। ਖੇਲ ਕੁੱਦ 'ਚ ਕਰ ਦਿਓ, ਸ਼ੁਗਲ ਮੇਲੇ 'ਚ ਕਰ ਦਿਓ, ਤੁਸੀਂ ਗੱਪਾਂ ਮਾਰਦੇ ਰਹੋ ਦੋਸਤਾਂ ਨਾਲ। ਲੇਕਿਨ ਮੈਂ ਸੋਚਿਆ ਕਿ ਇੰਨਾ ਮੇਰਾ ਤਜਰਬਾ ਹੈ, ਇੰਨੀ ਫੌਜੀ ਬੈਕਗਰਾਊਂਡ ਹੈ, ਕਿਉਂ ਨਾ ਇਹਦਾ ਇਸਤੇਮਾਲ ਕੀਤਾ ਜਾਵੇ। ਔਰ ਮੇਰੀ ਵਾਈਫ ਦਾ ਇਹਦੇ 'ਚ ਬਹੁਤ ਯੋਗਦਾਨ ਹੈ, ਮੇਰੀ ਫੈਮਿਲੀ ਦਾ। ਉਹ ਕਹਿੰਦੇ ਕਿ ਜਦ ਤੁਸੀਂ ਲਿਖ ਪੜ੍ਹ ਠੀਕ ਲੈਂਦੇ ਹੋ, ਤੁਸੀਂ ਕਿਉਂ ਨਹੀਂ ਲਿਖਦੇ। ਉਹ ਮੈਂ ਬਹੁਤ ਕਿਹਾ ਕਿ ਇਨਫੈਂਟਰੀ ਸੋਲਜਰ ਹੈ, ਮੈਂ ਇਹ ਲੜਨ ਜਾਣਦਾ ਕਿ ਲਿਖਾਂ ਕਿਉਂ। ਪਰ ਲੇਕਿਨ ਜੀ ਫਿਰ ਮੈਂ ਲਿਖਣਾ ਸ਼ੁਰੂ ਕੀਤਾ। ਪਹਿਲਾਂ ਤਾਂ ਮੈਂ ਆਪਣੀ ਫੈਮਿਲੀ ਹਿਸਟਰੀ ਦੀ ਕਿਤਾਬ ਲਿਖੀ। ਅਸੀਂ ਖੰਨੇ ਦੇ ਨੇੜੇ ਪਿੰਡ ਹੈ ਬਹੁਮਾਜਰਾ, ਅਸੀਂ ਉੱਥੇ ਦੇ ਕੰਗ ਹੈ। ਅੱਛਾ ਜੀ। ਮੈਂ 3 ਸਾਲ ਲਾ ਕੇ ਫੈਮਿਲੀ ਹਿਸਟਰੀ ਦੀ ਕਿਤਾਬ ਲਿਖੀ, 362 ਪੇਜ। ਫਿਰ ਮੈਂ ਸੋਚਿਆ ਕਿ ਕਾਰਗਿਲ ਦੀ ਲੜਾਈ ਜਿਹੜੀ ਲੜੀ ਸੀ 65 'ਚ, ਮੈਂ ਉਹਨੂੰ ਡਿਟੇਲ 'ਚ ਲਿਖਾਂ। ਮੈਂ ਉਹ ਲਿਖ ਕੇ ਇੱਕ ਮੈਗਜ਼ੀਨ ਹੈਗੀ ਸੀਨੀਅਰਸ ਟੂਡੇ, ਉਸ 'ਚ ਮੇਰਾ ਆਰਟੀਕਲ ਪਬਲਿਸ਼ ਹੋਇਆ। ਉਸ ਤੋਂ ਬਾਅਦ ਫਿਰ ਮੈਂ ਜੁਟਿਆ ਕਿ ਮੈਂ ਬੰਗਲਾਦੇਸ਼ ਬਾਰੇ ਲਿਖਾਂ। ਔਰ 2 ਸਾਲ ਲੱਗੇ। ਮੈਂ 2 ਸਾਲ ਤਾਂ ਲੱਗੇ ਤੇ ਮੈਂ ਤੁਹਾਨੂੰ ਜ਼ਿਕਰ ਕੀਤਾ ਪਹਿਲਾਂ ਕਿ ਇੰਨੇ ਨਕਸ਼ੇ ਬਣਾਉਣੇ। ਹੁਣ ਇਹ ਸਾਰਾ ਟੈਕਨੀਕਲ ਕੰਮ ਹੈ। ਤਾਂ ਮੈਨੂੰ ਜੋ ਜ਼ਿਕਰ ਕੀਤਾ ਸੀ, ਤੁਸੀਂ ਉੱਥੇ ਹੈ ਨਹੀਂ ਸੀਗੇ, ਮੇਰਾ ਅਸਿਸਟੈਂਟ ਹੈ 42 ਸਾਲ ਦਾ, ਉਹ ਮੇਰੇ ਕੋਲ ਕੰਮ ਕਰ ਰਿਹਾ, ਉਹ ਗਿਆ ਹੀ ਨਹੀਂ ਕਿਤੇ। ਅੱਛਾ ਜੀ। ਉਹਦੇ ਮੁੰਡੇ ਇੱਕ ਤਾਂ JEE ਲੱਗ ਗਿਆ ਰੇਲਵੇ 'ਚ, ਦੂਸਰਾ ਇਹ ਸਾਰੇ ਟੈਕਨੀਕਲੀ ਠੀਕ ਸੀਗੇ। ਇਹਨਾਂ ਨੇ ਮੈਨੂੰ ਬਹੁਤ ਭਾਰੀ ਮਦਦ ਦਿੱਤੀ ਇਹ ਕਿਤਾਬ ਲਿਖਣ 'ਚ। ਠੀਕ ਹੈ ਜੀ। ਕਰਨ ਸਾਹਿਬ, ਬੀਇੰਗ ਸਿੱਖ ਫੀਲਿੰਗ ਉਦੋਂ ਕਿਵੇਂ ਦੀ ਸੀਗੀ ਲੜਾਈ ਦੇ ਦੌਰਾਨ, ਤੇ ਸਿੱਖਾਂ ਦਾ ਯੋਗਦਾਨ ਜਿਹੜਾ ਰਿਹਾ ਉਹਦੇ ਬਾਰੇ ਵੀ ਦੱਸੋ, ਕਿਉਂਕਿ ਤੁਸੀਂ ਸਾਰਾ ਕੁਝ ਬਹੁਤ ਕਲੋਜ਼ਲੀ ਦੇਖ ਰਹੇ ਸੀ। ਦੇਖੋ ਜੀ, ਮੈਂ ਜੇ ਮੈਨੂੰ ਸੱਚ ਪੁੱਛੋ, ਇਹ ਫੌਜ ਨਾ ਸਿੱਖਾਂ ਦੀ ਹੈ, ਨਾ ਗੋਰਖਿਆਂ ਦੀ ਹੈ, ਨਾ ਡੋਗਰਿਆਂ ਦੀ ਹੈ, ਫੌਜ ਸਭ ਦੀ ਹੈ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਮੇਰੇ ਫਾਦਰ ਪੰਜਾਬ ਰੈਜੀਮੈਂਟ ਤੋਂ ਨੇ। ਜਦ ਮੈਨੂੰ ਉਹਨਾਂ ਨੇ ਚੋਇਸ ਪੁੱਛੀ ਕਮਿਸ਼ਨ ਦੇ ਟਾਈਮ 'ਤੇ ਕਿ ਤੁਸੀਂ ਕਿੱਥੇ ਜਾਓਗੇ, ਸਾਡਾ ਰਾਈਟ ਹੁੰਦਾ ਜੇ ਮੈਂ ਕਹਿੰਦਾ ਜੀ ਮੈਂ ਪੰਜਾਬ ਰੈਜੀਮੈਂਟ ਜਾਣਾ, ਮੈਨੂੰ ਕੋਈ ਰੋਕ ਨਹੀਂ ਸਕਦਾ ਸੀਗਾ, ਮੈਨੂੰ ਪੰਜਾਬ ਰੈਜੀਮੈਂਟ ਮਿਲਦੀ। ਲੇਕਿਨ ਮੈਂ ਕਿਹਾ ਜੇ ਮੈਂ ਪੰਜਾਬ ਰੈਜੀਮੈਂਟ ਗਿਆ, ਮੈਂ ਬ੍ਰਿਗੇਡੀਅਰ ਸੁਖਦੇਵ ਦਾ ਲੜਕਾ ਬਣ ਕੇ ਹੀ ਰਹਿ ਜਾਊਂਗਾ, ਮੇਰਾ ਆਪਣਾ ਤਾਂ ਕੋਈ ਯੋਗਦਾਨ ਹੋਣਾ ਨਹੀਂ, ਨਾ ਮੇਰਾ ਕੋਈ ਵਜੂਦ ਹੋਊਗਾ ਆਪਣਾ। ਮੈਂ ਕਿਹਾ ਨਹੀਂ, ਮੈਂ ਰਾਜਪੂਤ ਰੈਜੀਮੈਂਟ ਜਾਊਂਗਾ। ਇਸ ਕਰਕੇ ਮੈਂ ਆਪਸ਼ਨ ਦਿੱਤੀ ਕਿ ਰਾਜਪੂਤ ਰੈਜੀਮੈਂਟ ਦੀ। ਮੈਂ ਫੋਰ ਰਾਜਪੂਤ ਫਿਰ ਮੇਰੀ ਪੋਸਟਿੰਗ ਹੋਈ। ਸੋ ਮੈਂ ਚਾਹੇ ਤੁਸੀਂ ਈਸਾਈ ਹੋ, ਚਾਹੇ ਸਿੱਖ ਹੋ, ਚਾਹੇ ਹਿੰਦੂ ਹੋ, ਜਦ ਤੁਸੀਂ ਇੱਕ ਪਲਟਨ 'ਚ ਪਹੁੰਚ ਗਏ, ਹੁਣ ਜਿਵੇਂ ਮੈਂ ਰਾਜਪੂਤ ਪਲਟਨ ਚਲਾ ਗਿਆ, ਮੈਂ ਰਾਜਪੂਤ ਹਾਂ। ਜੇ ਪੰਜਾਬ ਰੈਜੀਮੈਂਟ ਚਲਾ ਗਿਆ, ਉਹ ਪੰਜਾਬੀ ਹੈ। ਜੇ ਗੋਰਖਾ ਚਲਾ ਗਿਆ, ਉਹ ਗੋਰਖੀ ਹੈ। ਹੁਣ ਸਾਡਾ ਕੀ ਹੈ, ਜੇ ਕੋਈ ਇੱਕ ਆਦਮੀ ਹਿੰਦੂ ਵੀ ਜਾਂਦਾ ਗੋਰਖਾ ਰੈਜੀਮੈਂਟ, ਉਹਨੂੰ ਗੋਰਖਾ ਲਈ ਸਿੱਖਣੀ ਪੈਣੀ ਹੈ, ਨਹੀਂ ਤਾਂ ਉਹ ਉਹਦੇ ਨਾਲ ਹੁਕਮਾਂ ਨਹੀਂ ਕਰ ਸਕਦਾ। ਸਾਰੇ ਜਿਹੜੇ ਗੋਰਖਾ ਰੈਜੀਮੈਂਟ ਪੋਸਟਰ ਨੇ, ਸਾਰੇ ਗੁਰਖਾਲੀ ਜਾਣਦੇ ਨੇ। ਤੇ ਤੁਸੀਂ ਇਹ ਵੀ ਦੱਸੋ ਕਿ ਉਸ ਵੇਲੇ ਕੋਈ ਪੋਲੀਟੀਕਲ ਪ੍ਰੈਸ਼ਰ ਸੀਗਾ ਤੁਹਾਡੇ ਤੇ ਆਰਮੀ ਦੇ ਉੱਤੇ, ਜਾਂ ਕੋਈ ਇਸ ਤਰੀਕੇ ਦੀ ਗੱਲ ਕਿਤਾਬ 'ਚ ਵੀ ਬਿਆਨ ਕੀਤੀ ਹੋਵੇ? ਇੱਕ ਚੀਜ਼ ਮੈਂ ਤੁਹਾਨੂੰ ਜ਼ਰੂਰ ਕਹੂੰਗਾ, ਉਹ ਪੁਰਾਣਾ ਸਿਪਾਹੀ ਨਹੀਂ ਰਿਹਾ ਅੱਜ ਦਾ ਸਿਪਾਹੀ ਸਿਆਣਾ ਹੈ, ਉਹ ਆਪਣੇ ਹੱਕ ਹਕੂਕ ਜਾਣਦਾ ਹੈ। ਫੌਜ ਵੀ ਉਹ ਨਹੀਂ ਰਹੀ ਜੋ ਅੱਜ ਹੈ। ਜੇ ਤੁਹਾਡੀ ਗਵਰਨਮੈਂਟ ਕਹਿੰਦੀ ਹੈ ਕਿ ਜੀ ਪਾਕਿਸਤਾਨ 'ਤੇ ਹਮਲਾ ਕਰੋ, ਫੌਜ ਪੱਕੇ ਤੌਰ 'ਤੇ ਗੌਰ ਕਰੂਗੀ, ਹੁਕਮ ਤਾਂ ਮੰਨੋ, ਗੌਰ ਕਰੂਗੀ ਕਿ ਵਾਕਈ ਕੋਈ ਸਰਕਮਸਟੈਂਸਸ ਹੈਗੇ ਕਿ ਅਸੀਂ ਹਮਲਾ ਕਰੀਏ। ਬਿਲਾ ਵਜ੍ਹਾ ਸ਼ੌਕੀਆ ਹਮਲੇ ਨਹੀਂ ਹੁੰਦੇ, ਸ਼ੌਕੀਆ ਆਕਰਮਣ ਨਹੀਂ ਹੁੰਦੇ। ਸੋ ਇਸ ਕਰਕੇ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਜੋ ਹੁਕਮ ਗਵਰਨਮੈਂਟ ਦੇ ਰਹੀ ਹੈ ਉਹ ਸਹੀ ਹੈ ਔਰ ਵਾਜਬ ਹੈ।
ਆਖਰੀ ਸਵਾਲ ਕਰਨਲ ਸਾਹਿਬ, ਇਮੋਸ਼ਨਸ ਬਾਰੇ ਦੱਸੋ ਜੀ। ਉਦੋਂ ਜਦੋਂ ਤੁਸੀਂ ਲੜਾਈ ਚੱਲ ਰਹੀ ਸੀਗੀ, ਜਿਹੜਾ ਉਦੋਂ ਪ੍ਰੈਸ਼ਰ ਸੀਗਾ, ਉਦੋਂ ਤੁਹਾਡੇ ਇਮੋਸ਼ਨਸ ਕੀ ਸੀਗੇ? ਜਦੋਂ ਲੜਾਈ ਜਿੱਤ ਲਈ ਉਦੋਂ ਕਿਵੇਂ ਦੇ ਸੀਗੇ ਫਿਰ? देखो जी, गल आए हैं, कोई भी आदमी नहीं है जो खतरे तो और अपनी जान गंवाउण तो नहीं डरदा। वो बेवकूफ़ आदमी है या पगला है जिहड़ा मरण तो नहीं डरदा। लेकिन तुसीं जद वो माहौल पैदा हुंदा है लड़ाई का, वो जोश वो खलूस पैदा हुंदा है, तुसीं सारियां अपनियां पुरानियां चीज़ां फैमिली सारे भुल जाते हो। फिर तुहानूं सिर्फ एक चीज़ नज़र आउंदी है कि मैनूं हुक्म की मिलिया है पलटन दी आन शान, और सब तो बड़ी थोड़ा अपना भी वजूद, थोड़ी अपनी सैल्फ रिस्पैक्ट इन्वॉल्व है कि खुदा ना खास्ता जे मैं परफॉर्मेंस ठीक नहीं कर गया मेरी बेइज्जती होगी। ये सारिया चीज़ां एक सिपाही नूं जोश दिवाउंदियां ने, जज्बा दिवाउंदियां ने कि वो अपनी ड्यूटी पूरी करे, सब कुछ भुल जाता है और लड़ाई च शामिल हो जाता है। ਉਹ ਕੀ ਸਵੇਰ ਦੇ ਖੇਡੀ ਜਾਂਦੇ ਹੋ ਤੁਸੀਂ? ਉਹ ਬਸ ਕਰੋ, ਪੜ ਵੀ ਲਾਓ ਹੁਣ। चीटर 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 झूठा किसी था दा मैं चीटिंग करके जिੱਤਦਾ ਰਹਿੰਦਾ। ਸੋ ਮੈਨੂੰ ਮੈਂ ਕੋਈ ਚੀਟਿੰਗ ਨਹੀਂ ਕੀਤੀ। ਉਹ ਆਤਾ ਝੂਠੀਆਂ ਕਸਮਾਂ ਖਾਈ ਜਾਂਦਾ ਹੈ। ਧੋਖੇਬਾਜ਼ ਕਿਸੇ ਥਾਂ ਦਾ ਪਾਪ ਲੱਗੂ ਪਾਪ। ਉਹ ਕੱਪੂ, ਤੂੰ ਐਵੇਂ ਇੰਨੀਆਂ ਝੂਠੀਆਂ ਸੌਂ ਕਿਉਂ ਖਾਈ ਜਾਣਾ? ਮੈਂ ਸੋ ਖਾਦੀ ਤਾਂ ਤੁਹਾਨੂੰ ਇੰਨੀ ਪੀੜ ਹੋਗੀ। ਆਹ ਸਰਕਾਰ ਨੇ ਇੰਨੀਆਂ ਸੋਹਾ ਖਾਦੀਆਂ, ਵਾਅਦੇ ਕੀਤੇ, ਉਹਨਾਂ ਦਾ ਕੀ? ਕਿਹਾ ਸੀ ਘਰ ਘਰ ਰੋਜ਼ਗਾਰ ਮਿਲੂਗਾ, ਦਿੱਤੀਆਂ ਘਰ ਘਰ ਨੌਕਰੀਆਂ। ਮੇਰਾ ਵੀਰਾ ਹੁਣ ਵੀ ਧੱਕੇ ਖਾਂਦਾ, ਨਾਲੇ ਨਸ਼ੇ ਕਰਦਾ। ਨਸ਼ਾ ਖਤਮ ਕਰਨ ਦੀ ਵੀ ਤਾਂ ਸੌ ਖਾਦੀ ਸੀ ਇਹਨਾਂ ਨੇ। ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੀ ਸੌ, ਹੋ ਗਏ ਸਭ ਦੇ ਸਾਰੇ ਕਰਜ਼ੇ ਮਾਫ। ਬਾਪੂ ਦੇ ਤਾਂ ਖੇਤ ਵੀ ਬੈਂਕ ਵਾਲੇ ਲੈ ਗਏ। ਇਸ ਕਾਂਗਰਸ ਸਰਕਾਰ ਤੋਂ ਕਿਉਂ ਨਹੀਂ ਜਵਾਬ ਮੰਗਦੇ? ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਗੱਲਬਾਤ ਕਰ ਰਹੇ ਸੀਗੇ ਕਰਨਲ ਰਣਬੀਰ ਸਿੰਘ ਜੀ ਦੇ ਨਾਲ। 82 ਸਾਲ ਇਹਨਾਂ ਦੀ ਉਮਰ ਹੈ ਤੇ ਇਸ ਖਾਸ ਮੌਕੇ ਤੇ, ਕਿਉਂਕਿ 50ਵੀਂ ਵਰ੍ਹੇਗੰਢ ਪੂਰਾ ਦੇਸ਼ ਮਨਾ ਰਿਹਾ ਭਾਰਤ ਪਾਕਿਸਤਾਨ ਦੀ ਉਸ ਲੜਾਈ ਦੀ, 1971 ਦੀ ਲੜਾਈ ਦੀ, ਜਦੋਂ ਬੰਗਲਾਦੇਸ਼ ਨੂੰ ਆਜ਼ਾਦ ਕਰਵਾਇਆ ਗਿਆ ਸੀਗਾ, ਤੇ ਉਸ ਮੌਕੇ ਕਿਤਾਬ ਦਾ ਲੋਕ ਅਰਪਣ ਕੀਤਾ ਗਿਆ, ਵਾਰ ਆਫ ਦਾ ਈਸਟ ਦਾ ਲਿਬਰੇਸ਼ਨ ਆਫ ਬੰਗਲਾਦੇਸ਼ 1971। ਕਿਤਾਬ ਜਿਵੇਂ ਕਿ ਦੱਸ ਰਹੇ ਨੇ ਗ੍ਰਾਸ ਰੂਟ ਲੈਵਲ ਤੋਂ ਜਾਣਕਾਰੀਆਂ ਲੈ ਕੇ, ਕਿਉਂਕਿ ਖੁਦ ਉਹਦਾ ਹਿੱਸਾ ਰਹੇ ਨੇ ਉਸ ਲੜਾਈ ਦਾ, ਤੇ ਸਾਰੀ ਜਿਹੜੀ ਡਿਟੇਲਸ ਹੈ ਨਕਸ਼ਿਆਂ ਦੇ ਰਾਹੀਂ ਤੇ ਹੋਰ ਪਿਕਚਰਸ ਦੇ ਰਾਹੀਂ ਜਿਹੜੀ ਹੈ ਉਸ ਕਿਤਾਬ ਦੇ ਵਿੱਚ ਇਹਨਾਂ ਵੱਲੋਂ ਦਿੱਤੀ ਗਈ ਹੈ, ਜੋ ਖਾਸ ਤੌਰ ਤੇ ਜਿਹੜੀਆਂ ਨਵੀਆਂ ਜਨਰੇਸ਼ਨ ਨੇ ਉਹ ਜ਼ਰੂਰ ਇਹ ਪੜ੍ਹ ਸਕਦੀਆਂ ਨੇ, ਤਾਂ ਜੋ ਇਸ ਇਤਿਹਾਸਿਕ ਲੜਾਈ ਬਾਰੇ ਜਾਣਕਾਰੀ ਉਹਨਾਂ ਨੂੰ ਮਿਲ ਸਕੇ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।